पास काम करते हैं, गौतम ने मारे थे। गौतम उसके भाई, उसके सारे फैमिली मिल के मारे थे। ਤੇ ਨਾ ਇਹਦੀ ਵਾਈਫ ਬੜੀ ਰੋਂਦੀ ਰੋਂਦੀ ਜਾ ਰਹੀ ਸੀ ਵੀ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਕੇ ਮਾਰ ਰਹੇ ਨੇ। मैं तो गया मोरे तो कमरे च पाइपा नाल कुट रहे थे बहुत बुरी तरह। कल उसको मारने की प्लानिंग पहले ही थी, इसलिए उसने खुद बुला के ले गया। जब आवाज़ दिया नीचे से कि छोड़ दो, ये हम लोगों को बोला तुम क्यों आ रहे हो। ਇਹ ਤਸਵੀਰਾਂ ਨੇ ਸ਼ਾਹੀ ਸ਼ਹਿਰ ਪਟਿਆਲਾ ਦੇ ਇੱਕ ਸੰਘਣੀ ਆਬਾਦੀ ਵਾਲੇ ਮੁਹੱਲੇ ਦੀਆਂ, ਜਿੱਥੇ ਬੰਗਾਲ ਤੋਂ ਰੁਜ਼ਗਾਰ ਲਈ ਇੱਥੇ ਆ ਕੇ ਰਹਿ ਰਹੇ ਇੱਕ ਪਰਿਵਾਰ ਦੇ ਮੁਖੀ ਨੂੰ ਉਸ ਦੇ ਮਾਲਕ ਨੇ ਆਪਣੇ ਭਰਾ ਨਾਲ ਮਿਲ ਕੇ ਸਿਰਫ ਇਸ ਲਈ ਡੰਡਿਆਂ, ਪਾਈਪਾਂ ਤੇ ਘਸੁੰਨ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟ ਧਰਿਆ ਕਿਉਂਕਿ ਉਹ ਬੰਗਾਲੀ ਨੌਕਰ ਮਾਲਕ ਕੋਲੋਂ ਆਪਣੇ ਮਿਹਨਤ ਦੇ ਪੈਸੇ ਮੰਗਣ ਗਿਆ ਸੀ। ਇਸ ਬੰਗਾਲੀ ਨੌਕਰ ਦੀ ਪਤਨੀ ਭੂਮਿਕਾ ਕਹਿੰਦੀ ਹੈ ਕਿ ਉਹਨਾਂ ਕੋਲ ਨਾ ਤਾਂ ਖਾਣ ਲਈ ਰਾਸ਼ਨ ਸੀ ਤੇ ਨਾ ਹੀ ਪੈਸੇ, ਉੱਤੋਂ ਉਹਨਾਂ ਦਾ ਬੱਚਾ ਬਹੁਤ ਬਿਮਾਰ ਸੀ, ਜਿਸ ਦੇ ਇਲਾਜ ਲਈ ਜਿਹੜੇ ਪੈਸੇ ਉਹਨਾਂ ਨੇ ਗੁਆਂਢੀ ਕੋਲੋਂ ਉਧਾਰ ਲਏ ਸਨ ਉਸ ਨਾਲ ਵੀ ਇਲਾਜ ਸਹੀ ਢੰਗ ਨਾਲ ਨਹੀਂ ਹੋ ਪਾਇਆ ਤੇ ਡਾਕਟਰ ਨੇ ਕੋਈ ਮਹਿੰਗਾ ਇਲਾਜ ਦੱਸ ਦਿੱਤਾ। ਇਸੇ ਲਈ ਉਹ ਨੌਕਰ ਆਪਣੇ ਮਾਲਕ ਕੋਲੋਂ ਆਪਣੀ ਮਿਹਨਤ ਦੇ ਪੈਸੇ ਮੰਗਣ ਗਿਆ ਸੀ। ਭੂਮਿਕਾ ਕਹਿੰਦੀ ਹੈ ਕਿ ਉਹਨਾਂ ਦੇ ਮਾਲਕ ਨੇ ਉਸ ਦੇ ਪਤੀ ਨੂੰ ਪੈਸੇ ਤਾਂ ਕੀ ਦੇਣੇ ਸਨ, ਉਲਟਾ ਉਸ ਤੇ ਚੋਰੀ ਦਾ ਇਲਜ਼ਾਮ ਲਾ ਕੇ ਉਸ ਨੂੰ ਇੰਨਾ ਕੁੱਟਿਆ ਕਿ ਅੱਜ ਉਸ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ, जिथे उसकी हालत बेहद नाजुक बनी हुई है। उसने घर से उसे झूठ बोलकर लेके गया। हम यहाँ 8 महीने हुए हैं आगे है, कभी उसने खुद नहीं बुला के। परसों भी उसके कारीगरों से बुलाया, कल उसको मारने की प्लानिंग पहले ही थी, इसलिए उसने खुद बुला के ले गया। ठीक है, घर पे जाके उसके लकड़ी से, कांच से और पाइप से बहुत बुरी तरह से मारा, झूठा इल्ज़ाम देकर। और उसके पास जो सोना थी वो कह रहा है कि ये सोना लिया, लेकिन वो सोना पहले से इसके पास थी। तो आप ही बोल दो कैसे ये हो सकता है। ठीक है, दूसरी बात तो ये छोड़ दो, अगर हम यहाँ रहते हैं, मेरे 1.5 साल का छोटा बच्चा है, ठीक है, वो खाने के लिए पैसा नहीं देता, अभी लॉकडाउन चल रही है, खाने के लिए भी पैसा नहीं देता, बच्चा का तबीयत ख़राब है उसके लिए पैसा नहीं देता। हमारे गांव अगर वो चोरी किया था तो उसके पास तो कुछ ना कुछ होता, लेकिन वो गांव से हमारे पैसे आ रहा है, इसका भी प्रूफ हमारे पास है कि गांव से हम पैसे मंगा कर तब खा रहे हैं। ऐसी हालत बन गई है। बच्चे का डॉक्टर 3-4 दिन पहले डॉक्टर दिखाना था, उसने उसको बोला पैसे देने के लिए, नहीं दिया। हमारे जो किराएदार साथ रहते हैं उसके पास से पैसा लिया, आप उसको भी पूछ सकते हो। और उसने पैसा दिया तब भी ये लोकल डॉक्टर दिखा के ठीक नहीं हुए, तो बड़ा डॉक्टर दिखाना, तो फिर भी गांव से पैसा मंगाना पड़ा। हम दुलई और प्रसेनजीत दुलई 2 भाई है, वो दोनों मिलकर बुरी तरह से हम लोग जाके जब आवाज़ दिया नीचे से कि छोड़ दो, ये हम लोगों को बोला तुम क्यों आ रहे हो, हम नहीं जाएंगे। हमारे पति को बुरी तरह से पीटे, मुंह तोड़ दिया, तोड़ दिया, सब तोड़ दिया। यही हुआ। हाँ, गया था तो शायद वो पुलिस थाने में क्या हुआ वो तो बड़े आदमी को पता है। वो मेरा हस्बैंड आया जब उसका तबीयत इतना ख़राब थी, मैं उसको लेकर बिजी हो गई। वो थाने का हलचल मुझे नहीं पता। नहीं, बिल्कुल ठीक नहीं है, हाथ से उठ नहीं रही है, पीठ तो पूरा फटा हुआ है, दांत में सब जगह चोट लगी। इंसाफ मिल जाए यही चाहती हूँ। ਮੁਹੱਲੇ ਵਾਲੇ ਤੇ ਪੀੜਿਤ ਨੌਕਰ ਦੇ ਮਾਲਕ ਗੌਤਮ ਦੇ ਜਾਣਕਾਰ ਇਹ ਦੱਸਦੇ ਨੇ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਗੌਤਮ ਨੇ ਆਪਣੇ ਕਿਸੇ ਨੌਕਰ ਨੂੰ ਬੁਰੀ ਤਰ੍ਹਾਂ ਕੁੱਟਿਆ ਹੋਵੇ। ਉਹਨਾਂ ਦਾ ਦੋਸ਼ ਹੈ ਕਿ ਗੌਤਮ ਇਸ ਤੋਂ ਪਹਿਲਾਂ ਵੀ 3-4 ਨੌਕਰਾਂ ਨੂੰ ਇਸੇ ਤਰ੍ਹਾਂ ਕੁੱਟ ਚੁੱਕਿਆ। ਦੱਸ ਦਈਏ ਕਿ ਜਦੋਂ ਗੌਤਮ ਤੇ ਉਸ ਦਾ ਭਰਾ ਨੌਕਰ ਨੂੰ ਕੁੱਟ ਰਹੇ ਸਨ ਤਾਂ ਠੀਕ ਉਸੇ ਵੇਲੇ ਗੌਤਮ ਦੀ ਪਤਨੀ ਭੂਮਿਕਾ ਰੋਂਦੀ ਉਹਨਾਂ ਦੇ ਗੁਆਂਢੀ ਨੈਪੀ ਨਾਮ ਦੇ ਬੰਦੇ ਕੋਲੋਂ ਗੁਜ਼ਰੀ ਤੇ ਉਸ ਨੇ ਸਾਰੀ ਗੱਲ ਨੈਪੀ ਨੂੰ ਦੱਸ ਦਿੱਤੀ, ਜਿਸ ਤੇ ਨੈਪੀ ਨੇ ਹੀ ਜਾ ਕੇ ਉਸ ਬੰਗਾਲੀ ਨੌਕਰ ਨੂੰ ਗੌਤਮ ਤੇ ਉਸਦੇ ਭਰਾ ਦੇ ਚੁੰਗਲ ਚੋਂ ਛੁਡਾਇਆ ਸੀ। ਅੱਛਾ, ਕੀ ਮਸਲਾ ਕੀ ਹੋਇਆ ਜੀ? ਭਾਈ ਮੈਂ ਬਾਜ਼ਾਰ ਨੂੰ ਆਇਆ ਸੀਗਾ ਤੇ ਨਾ ਇਹਦੀ ਵਾਈਫ ਬੜੀ ਰੋਂਦੀ ਰੋਂਦੀ ਜਾ ਰਹੀ ਸੀ ਵੀ ਮੇਰੇ ਘਰ ਵਾਲੇ ਨੂੰ ਚੱਕ ਕੇ ਲੈ ਕੇ ਮਾਰ ਰਹੇ ਨੇ। ਮੈਂ ਤੇ ਗਿਆ ਮੂਹਰੇ ਤੋਂ ਕਮਰੇ 'ਚ ਪਾਈਪਾਂ ਨਾਲ ਕੁੱਟ ਰਹੇ ਸੀ ਬਹੁਤ ਬੁਰੀ ਤਰ੍ਹਾਂ। ਕੌਣ ਕੁੱਟ ਰਿਹਾ ਸੀ? ਇਹ ਗੌਤਮ ਤੇ ਇੱਕ ਉਹਦਾ ਭਰਾ। ਕਿਹਨੂੰ ਕੁੱਟ ਰਿਹਾ ਸੀ? ਜਿਹੜਾ ਮੁੰਡਾ ਬੰਗਾਲੀ ਹੈ, ਮੈਂ ਤਾਂ ਇਹਦਾ ਨਾਮ ਵੀ ਨਹੀਂ ਜਾਣਦਾ। ਇਹਦੀ ਵਾਈਫ ਜਿਹੜੀ ਰੋਂਦੀ, ਫਿਰ ਇਹਨੂੰ ਨਾਲ ਲੈ ਕੇ ਆਇਆ ਸੀ, ਤਤਵਾਲੀ ਭੇਜਿਆ। ਉਹਨਾਂ ਨੇ ਹਸਪਤਾਲ ਭੇਜਿਆ, ਹਸਪਤਾਲ ਵਾਲਿਆਂ ਨੇ ਮੇਰੇ ਠੱਪ ਚੰਦ ਜੀ ਕਰਕੇ ਇਹਨੂੰ ਵਰਤਮਾਨ ਭੇਜਤਾ। ਸੱਟਾਂ ਬਹੁਤ ਲੱਗੀਆਂ ਨੇ, ਬਹੁਤ ਬੁਰੀ ਤਰ੍ਹਾਂ ਮਾਰਿਆ। ਕੋਈ ਰਾਸ਼ਨ ਰੂਸ਼ਨ ਦਾ ਮਸਲਾ। ਅੱਛਾ, ਇਹ ਬੰਦਾ ਨੌਕਰੀ ਕਰਦਾ? ਨੌਕਰੀ ਕਰਦਾ, ਦੇਖੋ ਪਹਿਲਾਂ ਵੀ ਇਹ 3-4 ਨੌਕਰਾਂ ਹੀ ਕੁੱਟ ਚੁੱਕਿਆ। ਕੌਣ ਹੈ ਇਹ ਬੰਦਾ? ਇਹ ਗੌਤਮ ਹੈ, ਇਹ ਵੀ ਬੰਗਾਲੀ ਹੈ, ਤੇ ਉਹਦਾ ਦੂਜਾ ਭਰਾ ਨਾਲ ਇਕੱਠੇ ਰਹਿੰਦੇ ਨੇ ਮਸਜਿਦ ਦੇ ਪਿੱਛੇ। ਇੱਕ ਰੁਜ਼ਗਾਰ ਜਿਨ੍ਹਾਂ ਕੋਲ ਕਰਦੇ ਸੀ ਉਹਨਾਂ ਨੇ ਉਸ ਦੀ ਪੁੱਛ ਨਹੀਂ ਕੀਤੀ, ਉਹ ਪੈਸੇ ਮੰਗਣ ਗਏ, ਉਹਨਾਂ ਦਾ ਬੱਚਾ ਬਿਮਾਰ ਸੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹਦੀ ਕੁੱਟਮਾਰ ਕੀਤੀ। ਸੋ ਬਹੁਤ ਤਕਲੀਫ ਵੀ ਹੋਈ ਕਿ ਸਭ ਦਾ ਫਰਜ਼ ਬਣਦਾ ਹੈ ਕਿ ਜਿਹੜੇ ਤੁਹਾਡੇ EMPLOYE ਹੈ, ਕੰਮ ਕਰ ਰਹੇ ਆ, ਉਹ ਛੱਡ ਕੇ ਨਹੀਂ ਜਾ ਰਹੇ, ਉਹ ਆਪਣੀ ਮਰਜ਼ੀ ਨਾਲ ਘਰਾਂ 'ਚ ਨਹੀਂ ਬੈਠੇ।
ਆਪਾਂ 2-3 ਮਹੀਨੇ ਦੇ ਸਕਦੇ ਹਾਂ ਜੇ ਲੰਬਾ ਚੱਲੇ, ਸਾਲ ਚੱਲੇ, 6 ਮਹੀਨੇ ਚੱਲੇ, ਫਿਰ ਕੁਝ ਸੋਚਿਆ ਜਾ ਸਕਦਾ। ਪਰ 2-3 ਮਹੀਨੇ ਲਈ ਤਾਂ ਆਪਾਂ ਸੋਚ ਸਕਦੇ ਹਾਂ ਵੀ ਆਪਾਂ ਆਪਣੇ EMPLOYE ਨੂੰ, ਕਿਉਂਕਿ EMPLOYE ਦੇ ਤੁਸੀਂ ਮਾਈ ਬਾਪ ਹੁੰਦੇ ਹੋ ਜੋ ਕੰਮ ਕਰਦੇ ਆ, ਸੋ ਉਹਨਾਂ ਦਾ ਸਹਾਰਾ ਹੁੰਦੇ ਹੋ। ਮੈਂ ਇਹੀ ਬੇਨਤੀ ਕਰਾਂਗੀ ਇਸ ਮਾਧਿਅਮ ਤੋਂ ਕਿ ਪਲੀਜ਼ ਤੁਹਾਡੇ ਕੋਲ ਜਿਹੜੇ, ਮੈਂ ਗੁੜ ਮੰਡੀ ਵੀ ਉਸ ਦਿਨ ਇਹ ਗੱਲ ਕਹੀ ਸੀ, ਐਸੇ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਕਿ ਬਹੁਤ ਦਾਨ ਪੁੰਨ ਤੁਸੀਂ ਸਾਰੇ ਕਰਦੇ ਹੋ, ਪਰ ਪਹਿਲਾਂ ਦਾਨ ਪੁੰਨ ਆਪਣੇ ਘਰ ਤੋਂ ਸ਼ੁਰੂ ਕਰੋ। ਜਿਹੜੇ ਤੁਹਾਡੇ ਰੇਹੜੀ ਵਾਲੇ ਹੈ, ਜਿਹੜੇ ਤੁਹਾਡੀ ਲੇਬਰ ਕਲਾਸ ਹੈ, ਜਿਹੜੇ ਤੁਹਾਡੇ ਕੋਲ EMPLOYE ਕੰਮ ਕਰਦੇ, ਉਹਨਾਂ ਨੂੰ ਰਾਸ਼ਨ ਦਿਓ। ਔਰ ਅਗਰ ਇਹ ਜਿਹੜਾ ਹਾਦਸਾ ਹੋਇਆ ਸ਼ਰਮਨਾਕ ਹੈ ਸਾਡੇ ਲਈ, ਔਰ ਮੈਂ ਇਹਦੇ ਵਿੱਚ SSP ਸਾਹਿਬ ਨੂੰ ਵੀ ਕਹਾਂਗੀ ਕਿ ਇਹੋ ਜਿਹੇ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਹੋਰਾਂ ਦਾ ਹੌਸਲਾ ਨਾ ਖੁੱਲੇ। ਅਦਰਵਾਈਜ਼ ਅੱਜ ਇੱਕ ਗਰੀਬ ਨਾਲ ਹੋਈ ਹੈ, ਕੱਲ ਹੋਰ 4 ਜਿਹੜੇ ਆ ਉਹ ਪੈਸੇ ਦੇਣ ਤੋਂ ਮੁਨਕਰ ਹੋਣਗੇ ਤੇ ਇਹੋ ਜਿਹਾ ਬਿਹੇਵ ਕਰਨਗੇ। ਇੱਧਰ ਦੂਜੇ ਪਾਸੇ ਇਸ ਸਾਰੇ ਵਰਤਾਰੇ ਤੋਂ ਅਣਜਾਣ ਪਟਿਆਲਾ ਦੇ DSP ਸਿਟੀ 2 ਯੋਗੇਸ਼ ਸ਼ਰਮਾ ਕਹਿੰਦੇ ਹਨ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ, ਪਰ ਜੇਕਰ ਧਿਆਨ ਵਿੱਚ ਆਉਂਦਾ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇ ਕੋਈ ਸਾਹਮਣੇ ਇਦਾਂ ਦੀ ਚੀਜ਼ ਆਉਂਦੀ ਹੈਗੀ ਹੈ ਜੀ, ਮੇਰੇ ਧਿਆਨ 'ਚ ਨਹੀਂ ਹੈਗਾ, ਬਟ ਆਈ ਵਿਲ ਵੈਰੀਫਾਈ, ਅਗਰ ਕੋਈ ਆਉਂਦਾ ਹੈਗਾ ਤਾਂ ਉਹ ਲਿਸਟ ਤੇ ਕੇਸ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਰਫਿਊ ਤੇ ਤਾਲਾਬੰਦੀ ਦੌਰਾਨ ਮਿਹਨਤਕਸ਼ ਤੇ ਬੇਰੁਜ਼ਗਾਰ ਹੋ ਚੁੱਕੇ ਗਰੀਬਾਂ ਲਈ ਕਿਤੇ ਕੋਈ ਖਾਣ ਪੀਣ ਦੀਆਂ ਚੀਜ਼ਾਂ ਦਾ ਲੰਗਰ ਲਾਈ ਬੈਠਾ ਹੈ ਤੇ ਕਿਤੇ ਕੋਈ ਸਿੱਧਾ ਨੋਟਾਂ ਦਾ ਹੀ ਲੰਗਰ। ਅਜਿਹੇ ਵਿੱਚ ਗੌਤਮ ਵਰਗੇ ਲੋਕਾਂ ਦੀ ਇਸ ਕਰਤੂਤ ਨੇ ਸਮਾਜ ਦਾ ਭਲਾ ਚਾਹੁਣ ਵਾਲੇ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕਦੋਂ ਤੱਕ ਅਣਜਾਣ ਰਹਿੰਦੀ ਹੈ ਤੇ ਪੀੜਿਤ ਨੌਕਰ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਲਈ ਕਦੋਂ ਤੱਕ ਦਰ-ਦਰ ਭਟਕਣਾ ਪੈਣਾ ਹੈ। ਬਿਊਰੋ ਰਿਪੋਰਟ, ਹਕੀਕਤ TV ਪੰਜਾਬੀ।